हाँ जी गुरमुखो वाहिगुरू जी का खालसा वाहिगुरू जी की फतेह। साਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ ਭਗਤ ਟੀਵੀ ਚੈਨਲ ਤੇ। ਅੱਜ ਆਪਾਂ ਗੱਲ ਕਰਾਂਗੇ ਖਾਲਿਸਤਾਨ ਬਾਰੇ, ਭਾਵ ਕਿ ਗੁਰੂ ਸਾਹਿਬ ਨੇ ਕਿਹੜਾ ਖਾਲਸਾ ਬਣਾਇਆ ਸੀ ਔਰ ਕਿਹੜੇ ਬੰਦੇ ਨੇ ਜਿਹੜੇ ਇਹ ਸਭੀ ਨੂੰ ਖਰਾਬ ਕਰ ਰਹੇ ਨੇ, ਉਹ ਕਿਹੜੇ ਸ਼ਰਾਰਤੀ ਅਨਸਰ ਨੇ। ਕਿਉਂਕਿ ਪਿਆਰਿਓ, ਖਾਲਸੇ ਦਾ ਮਤਲਬ ਜਾਂ ਖਾਲਸ ਦਾ ਮਤਲਬ ਇਹ ਹੁੰਦਾ ਹੈ ਕਿ ਸ਼ੁੱਧ ਵਸਤੂ, ਜਿਸ ਵਿੱਚ ਕਿਸੇ ਪ੍ਰਕਾਰ ਦੀ ਮਿਲਾਵਟ ਨਾ ਹੋਵੇ। ਜੇ ਆਪਾਂ ਮਨੁੱਖ ਦੀ ਗੱਲ ਕਰ ਲਈਏ, ਇਨਸਾਨ ਦੀ ਗੱਲ ਕਰ ਲਈਏ, ਭਾਵ ਕਿ ਇਸ ਦਾ ਮਤਲਬ ਕਿ ਜਿਹੜਾ ਬੰਦਾ ਅੰਦਰੋਂ ਕਪਟੀ ਨਹੀਂ ਹੈ, ਅੰਦਰ ਉਹਦੇ ਕੁਝ ਹੋਰ ਹੈ ਅਤੇ ਬਾਹਰ ਕੁਝ ਹੋਰ ਹੈ, ਉਹ ਨਹੀਂ ਹੈ, ਅਤੇ ਉਸ ਇਨਸਾਨ ਨੂੰ ਅਸੀਂ ਖਾਲਸ ਕਹਿ ਸਕਦੇ ਹਾਂ, ਖਾਲਸਾ ਕਹਿ ਸਕਦੇ ਹਾਂ। ਇਹਦਾ ਮਤਲਬ ਇਹ ਹੈ, ਜਿਵੇਂ ਤੁਸੀਂ ਕਈ ਵਾਰੀ ਵੇਖਿਆ ਹੋਊਗਾ ਕਈ ਚੀਜ਼ਾਂ 'ਤੇ, ਮੰਨ ਲਓ ਘਿਓ ਦੇ ਉੱਤੇ ਲਿਖਿਆ ਹੁੰਦਾ ਖਾਲਸ ਘੀ ਲਿਖਿਆ ਹੁੰਦਾ ਹੈ ਨਾ, ਇਸ ਦਾ ਮਤਲਬ ਹੈ ਸ਼ੁੱਧ ਘੀ, ਇਸ ਵਿੱਚ ਕਿਸੇ ਪ੍ਰਕਾਰ ਦੀ ਕੋਈ ਮਿਲਾਵਟ ਨਹੀਂ। ਇਸੇ ਤਰ੍ਹਾਂ ਇਨਸਾਨ ਨੇ ਜੇ ਅੰਦਰੋਂ ਕੁਝ ਹੋਰ ਹੈ, ਬਾਹਰੋਂ ਕੁਝ ਹੋਰ ਹੈ, ਫਿਰ ਆਪਾਂ ਉਸ ਇਨਸਾਨ ਨੂੰ ਖਾਲਸ ਨਹੀਂ ਕਹਿ ਸਕਦੇ, ਖਾਲਸਾ ਨਹੀਂ ਕਹਿ ਸਕਦੇ। ਕਿਸੇ ਪ੍ਰਕਾਰ ਦੀ ਮਿਲਾਵਟ ਨਾ ਹੋਵੇ, ਉਸ ਇਨਸਾਨ ਨੂੰ ਆਪਾਂ ਖਾਲਸਾ ਕਹਿ ਸਕਦੇ ਹਾਂ। ਉਹ ਕੋਈ ਹਿੰਦੂ ਵੀ ਹੋ ਸਕਦਾ ਹੈ, ਜਿਹੜਾ ਅੰਦਰੋਂ ਬਾਹਰੋਂ ਇੱਕ ਹੈ, ਵਿਚਾਰਾ ਅੰਦਰੋਂ ਵੀ ਸੱਚਾ ਅਤੇ ਬਾਹਰੋਂ ਵੀ ਸੱਚਾ ਹੈ। ਉਹ ਕੋਈ ਮੁਸਲਮਾਨ ਵੀ ਹੋ ਸਕਦਾ ਖਾਲਸਾ, ਅਤੇ ਕੋਈ ਸਿੱਖ ਵੀ ਹੋ ਸਕਦਾ ਹੈ। ਸਾਡੇ ਗੁਰੂ ਸਾਹਿਬ ਨੇ ਸਾਨੂੰ ਆਪਣਾ ਰੂਪ ਬਖਸ਼ਿਆ। ਰੂਪ ਦਾ ਮਤਲਬ ਇਹ ਨਹੀਂ ਹੁੰਦਾ ਕਿ ਬਾਹਰ ਵਾਲਾ ਚਿਹਰਾ, ਭਾਵੇਂ ਕਿ ਬਾਹਰ ਵਾਲੇ ਚਿਹਰੇ ਤਾਂ ਸਾਰੇ ਧਰਮਾਂ ਵਾਲਿਆਂ ਨੂੰ ਦਿੱਤੇ ਗਏ ਨੇ, ਉਹ ਤਾਂ ਸਾਰੇ ਧਰਮਾਂ ਨੇ ਆਪਣੇ ਆਪਣੇ ਪੈਰੋਕਾਰਾਂ ਨੂੰ ਆਪਣੀਆਂ ਆਪਣੀਆਂ ਯੂਨੀਫਾਰਮਸ ਦਿੱਤੀਆਂ ਨੇ। ਇਸੇ ਤਰ੍ਹਾਂ ਹੀ ਸਿੱਖਾਂ ਦੀ ਯੂਨੀਫਾਰਮ ਵੀ ਹੈ। ਮਤਲਬ ਕਿ ਬਾਹਰੋਂ ਤਾਂ ਚਲੋ ਅਸੀਂ ਬਣਨਾ ਹੀ ਆ ਗੁਰੂ ਦਾ ਸਰੂਪ, ਦਾੜੀ ਰੱਖਣੀ ਹੈ, ਹੈ ਨਾ, ਪੱਗ ਬੰਨ੍ਹਣੀ ਹੈ, ਬਾਣਾ ਪਾਉਣਾ ਹੈ, 5 ਕਕਾਰ ਪਾਉਣੇ ਨੇ, ਬਾਹਰੋਂ ਤਾਂ ਆਪਾਂ ਬੰਨਣਾ ਹੀ ਹੈ। ਪਰ ਖਾਲਸਾ ਇੱਕ ਅੰਦਰਲਾ ਵੀ ਖਾਲਸਾ ਹੁੰਦਾ ਹੈ ਨਾ, ਇਹ ਬਾਹਰ ਦੇ ਬਾਣੇ ਦੀ ਗੱਲ ਨਹੀਂ। ਜਿਹੜਾ ਅੰਦਰੋਂ ਬਾਹਰੋਂ ਇੱਕ ਹੈ, ਉਹ ਕੋਈ ਸਿੱਖ ਵੀ ਹੋ ਸਕਦਾ ਹੈ, ਕੋਈ ਮੁਸਲਮਾਨ ਵੀ ਹੋ ਸਕਦਾ ਹੈ, ਕੋਈ ਮੇਰਾ ਵੀਰ ਹਿੰਦੂ ਵੀ ਹੋ ਸਕਦਾ ਹੈ, ਕਿਸੇ ਵੀ ਜਾਤੀ ਨਾਲ ਸੰਬੰਧ ਹੋ ਸਕਦਾ। ਉਹ ਜਿਹੜਾ ਇਮਾਨਦਾਰ ਹੈ, ਅੰਦਰੋਂ ਬਾਹਰੋਂ ਇੱਕ ਹੈ, ਭਾਵ ਕਿ ਸਮਝ ਗਏ ਹੋਵੋਗੇ ਤੁਸੀਂ, ਉਸ ਇਨਸਾਨ ਨੂੰ ਖਾਲਸਾ ਕਿਹਾ ਜਾਵੇਗਾ। ਚਲੋ ਆਪਾਂ ਸ਼ੁਰੂ ਕਰਦੇ ਹਾਂ ਪੁਆਇੰਟ। ਖਾਲਿਸਤਾਨ। ਖਾਲਿਸਤਾਨ ਇੱਕ ਨਾਮ ਦੀ ਇਹੋ ਜਿਹੀ ਛਵੀ ਬਣ ਚੁੱਕੀ ਹੈ। ਇਹ ਨਾਮ ਸੁਣ ਕੇ ਹੀ ਕਈ ਲੋਕਾਂ ਦੇ ਮਨ ਵਿੱਚ ਹੋਰ ਹੀ ਤਰ੍ਹਾਂ ਦੀ ਤਸਵੀਰ ਬਣ ਜਾਂਦੀ ਹੈ, ਅਤੇ ਗੈਰ ਸਿੱਖਾਂ ਲਈ ਇਹਦਾ ਮਤਲਬ ਸਿਰਫ ਅੱਤਵਾਦੀ ਹੈ, ਕੋਈ ਗਲਤ ਚੀਜ਼ ਹੈ। ਪਹਿਲਾਂ ਤਾਂ ਸਾਨੂੰ ਇਹ ਸਮਝਣਾ ਪਵੇਗਾ ਕਿ ਖਾਲਿਸਤਾਨ ਹੈ ਕੀ। ਪਿਆਰੇ, ਜਦੋਂ ਸਾਡਾ ਦੇਸ਼ ਆਜ਼ਾਦ ਹੋਇਆ ਸੀ, ਉਸ ਵਕਤ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸੀ। ਜਿੱਥੇ ਕਿਤੇ ਵੀ ਦੇਸ਼ ਦੀ ਆਜ਼ਾਦੀ ਲਈ ਕਾਨਫਰੰਸਸ ਹੋਈਆਂ, ਉੱਥੇ ਸਭ ਕਿਤੇ ਸਿੱਖਾਂ ਨੇ ਜਾ ਕੇ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲਿਆ। ਸਿੱਖਾਂ ਦੇ ਐਡਵੋਕੇਟਸ, ਜਨਰਲਸ, ਸਭ ਨੇ ਆਪਣਾ ਆਪਣਾ ਰੋਲ ਅਦਾ ਕੀਤਾ। ਪਰ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਮੁਹੰਮਦ ਅਲੀ ਜਨਾਹ, ਉਸਨੇ ਪਾਕਿਸਤਾਨ ਦੀ ਮੰਗ ਕੀਤੀ ਅਤੇ ਉਹ ਬਣਾ ਵੀ ਗਿਆ। ਸਿੱਖ ਹਿੰਦੂਆਂ ਦੇ ਨਾਲ ਖੜ੍ਹੇ ਰਹੇ, ਵਿਸ਼ਵਾਸ ਸੀ ਸਿੱਖਾਂ ਨੂੰ ਕਿ ਸਾਨੂੰ ਵੀ ਬਰਾਬਰ ਦਾ ਹੱਕ ਮਿਲ ਜਾਵੇਗਾ। ਪਰ ਜਦੋਂ ਆਜ਼ਾਦੀ ਮਿਲੀ ਤਾਂ ਸਭ ਨੇ ਆਪਣਾ ਆਪਣਾ ਰੰਗ ਵਿਖਾ ਦਿੱਤਾ। ਪਹਿਲੀ ਗੱਲ ਤਾਂ ਪੰਜਾਬ ਅੱਧਾ ਤਾਂ ਪਹਿਲਾਂ ਹੀ ਪਾਕਿਸਤਾਨ ਬਣ ਗਿਆ, ਅਤੇ ਰਹਿੰਦਾ ਹਰਿਆਣਾ ਚੰਡੀਗੜ੍ਹ 'ਚ ਡਿਵਾਈਡ ਕਰਤਾ।
ਅਸੀਂ ਕਦੇ ਵੀ ਕਿਸੇ ਧਰਮ ਦੀ ਬੇਅਦਬੀ ਨਹੀਂ ਕੀਤੀ, ਮੰਦਾ ਨਹੀਂ ਬੋਲਿਆ ਸਿੱਖਾਂ ਨੇ। ਹਾਂ, ਕੁਝ ਸ਼ਰਾਰਤੀ ਅਨਸਰ ਹੁੰਦੇ ਨੇ, ਉਹ ਹਰੇਕ ਧਰਮਾਂ ਵਿੱਚ ਹੁੰਦੇ ਨੇ। ਉਹ ਮੁਸਲਿਮ ਵਿੱਚ ਵੀ ਹੈਗੇ ਨੇ, ਹਿੰਦੂ ਧਰਮ ਵਿੱਚ ਵੀ ਨੇ, ਔਰ ਸਿੱਖਾਂ ਵਿੱਚ ਵੀ ਨੇ, ਜੋ ਇੱਕ ਵਾਰੀ ਅੱਗ ਲਾ ਦਿੰਦੇ ਨੇ, ਆਪ ਪਰੇ ਹਟ ਜਾਂਦੇ ਨੇ ਅਤੇ ਧਰਮਾਂ ਵਿੱਚ ਲੜਾਈਆਂ ਝਗੜੇ ਆਦਿਕ ਸ਼ੁਰੂ ਕਰਵਾ ਦਿੰਦੇ ਨੇ। ਹੁੰਦੇ ਨੇ ਐਸੇ ਅਨਸਰ ਸ਼ਰਾਰਤੀ, ਪਰ ਸਿੱਖਾਂ ਨੇ ਕਦੇ ਵੀ ਕਿਸੇ ਧਰਮ ਦੀ ਬੇਅਦਬੀ ਨਹੀਂ ਕੀਤੀ, ਨਾ ਹੀ ਕਿਸੇ ਨੂੰ ਮੰਦਾ ਬੋਲਿਆ ਹੈ। ਕਿਉਂਕਿ ਜਿਹੜਾ ਅਸਲੀ ਸਿੱਖ ਹੋਵੇਗਾ ਉਹਦੇ ਲਈ ਸਾਰੇ ਧਰਮ ਬਰਾਬਰ ਹੋਣਗੇ, ਔਰ ਜਿਹੜੇ ਸ਼ਰਾਰਤੀ ਅਨਸਰ ਹੋਣਗੇ ਉਹਨਾਂ ਲਈ ਧਰਮ ਵੀ ਵੱਖਰੇ ਨੇ, ਦੇਸ਼ ਵੀ ਵੱਖਰੇ ਨੇ, ਜਾਤੀਆਂ ਵੀ ਵੱਖਰੀਆਂ ਹੋਣਗੀਆਂ। ਸਮਝ ਗਏ ਤੁਸੀਂ? ਜਿਹੜਾ ਸੱਚਾ ਮੁਸਲਮਾਨ ਹੋਊਗਾ ਉਹਦੇ ਲਈ ਧਰਮ ਵੀ ਇੱਕ ਹੈ, ਸਾਰੇ ਜਾਤੀਆਂ ਵੀ ਇੱਕ ਨੇ, ਔਰ ਦੇਸ਼ ਵੀ ਇੱਕ ਨੇ। ਜਿਹੜਾ ਸੱਚਾ ਹਿੰਦੂ ਹੈ ਉਹਦੇ ਵਾਸਤੇ ਸਾਰੇ ਦੇਸ਼ ਇੱਕ ਨੇ, ਸਾਰੀ ਇਨਸਾਨੀਅਤ ਇੱਕ ਹੈ, ਧਰਮ ਇੱਕ ਨੇ, ਜਾਤੀ ਇੱਕ ਹੈ। ਇਸੇ ਤਰ੍ਹਾਂ ਹੀ ਸਿੱਖਾਂ ਦਾ ਵੀ ਹੈ। ਜਿਹੜਾ ਸੱਚਾ ਸਿੱਖ ਹੋਵੇਗਾ ਉਹਦੇ ਲਈ ਸਭ ਇੱਕ ਹੋਊਗਾ, ਉਹ ਕਦੇ ਕਿਸੇ ਧਰਮ ਨੂੰ ਮਾੜਾ ਨਹੀਂ ਬੋਲੇਗਾ। ਅਤੇ ਹੁਣ ਮਾੜਾ ਬੋਲਦਾ ਕੌਣ ਹੈ? ਜਿਹੜੇ ਸ਼ਰਾਰਤੀ ਅਨਸਰ ਹੁੰਦੇ ਆ, ਉਹ ਹਰੇਕ ਧਰਮਾਂ ਵਿੱਚ ਹੁੰਦੇ ਨੇ, ਜਿਨ੍ਹਾਂ ਦੀ ਤੁਹਾਨੂੰ ਚੋਣ ਨਹੀਂ ਕਰਨੀ ਆਉਂਦੀ, ਅਤੇ ਤੁਸੀਂ ਉਹਨਾਂ ਦੀਆਂ ਸੁਣ ਕੇ ਭੜਕ ਜਾਂਦੇ ਹੋ ਅਤੇ ਸਾਰੇ ਸਿੱਖਾਂ ਨੂੰ ਗਲਤ ਕਹਿਣਾ ਸ਼ੁਰੂ ਕਰ ਦਿੰਦੇ ਹੋ। ਪਰ ਐਸੀ ਗੱਲ ਨਹੀਂ ਹੈ। ਸਿੱਖ ਹਮੇਸ਼ਾ ਮੁਸਲਿਮ, ਹਿੰਦੂ ਭਾਵ ਕਿ ਸਾਰੇ ਧਰਮਾਂ ਨੂੰ ਲੈ ਕੇ ਚੱਲੇ ਨੇ ਨਾਲ, ਔਰ ਨਾਲ ਲੈ ਕੇ ਚੱਲ ਰਹੇ ਨੇ, ਔਰ ਚੱਲਣਗੇ। ਇਹ ਤਾਂ ਸ਼ਰਾਰਤੀ ਅਨਸਰ ਨੇ ਕਈ, ਜੋ ਅੱਗ ਲਾ ਜਾਂਦੇ ਨੇ, ਬਾਅਦ ਵਿੱਚ ਬੁਝਾਉਣੀ ਔਖੀ ਹੋ ਜਾਂਦੀ ਹੈ ਅਤੇ ਧਰਮਾਂ ਵਿੱਚ ਪਾੜ ਪੈ ਜਾਂਦੇ ਨੇ। 1984 ਸੰਤ ਭਿੰਡਰਾਂਵਾਲੇ, ਜਿਨ੍ਹਾਂ ਨੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਔਰ ਸਿੱਖ ਕੌਮ ਨੂੰ ਇਕੱਠਾ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੇ। ਉਹ ਸੰਤ ਵੀ ਸਨ ਅਤੇ ਸਿਪਾਹੀ ਵੀ ਸਨ ਅਤੇ ਸੁਚੱਜੇ ਜਰਨੈਲ ਵੀ ਸਨ। ਉਹਨਾਂ ਨੇ ਕੌਮ ਦੀ ਅਗਵਾਈ ਬਹੁਤ ਠੋਕ ਵਜਾ ਕੇ ਕੀਤੀ, ਜਿਸ ਕਰਕੇ ਭਾਰਤ ਦੀ ਹਕੂਮਤ, ਸਰਕਾਰ ਨੇ ਵੱਡੇ ਵੱਡੇ ਕਦਮ ਚੁੱਕੇ। ਇੱਥੇ ਤੱਕ ਕਿ ਸੰਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਸੰਤਾਂ ਦੇ ਮੁਤਾਬਕ ਅਸੀਂ ਆਪਣੇ ਹੱਕ ਤਾਂ ਹੀ ਲੈ ਸਕਦੇ ਹਾਂ ਜੇ ਅਸੀਂ ਆਪ ਸੁੱਧ ਹੋਈਏ, ਇੱਕ ਹੋਈਏ। ਪਰ ਸਾਡੇ 'ਚ ਤਾਂ ਆਪ ਹੀ ਵੰਡੀਆਂ ਪਈਆਂ ਹੋਈਆਂ ਨੇ। ਸਭ ਦਾ ਆਪਣੋ ਆਪਣਾ ਰਾਹ ਹੈ, ਆਪਣੇ ਆਪਣੇ ਰੰਗ ਨੇ ਸਭ ਦੇ, ਔਰ ਮੰਗ ਕਰਦੇ ਹਾਂ ਖਾਲਿਸਤਾਨ ਦੀ। ਉਹ ਖਾਲਿਸਤਾਨ ਦੀ ਮੰਗ ਤਾਂ ਕੀਤੀ ਸੀ ਉਹਨਾਂ ਨੇ ਕਿ ਜਿਵੇਂ ਪਾਕਿਸਤਾਨ ਅਲੱਗ ਹੋ ਗਿਆ, ਮੁਸਲਿਮ ਉਹਨਾਂ ਨੇ ਅਲੱਗ ਕਰ ਲਿਆ, ਕਿ ਸਾਡਾ ਵੀ ਅਲੱਗ ਹੋ ਜਾਵੇਗਾ। ਇਸ ਦਾ ਮਤਲਬ ਇਹ ਨਹੀਂ ਸੀ ਕਿ ਅਸੀਂ ਮੁਸਲਿਮ ਧਰਮ ਜਾਂ ਹਿੰਦੂ ਧਰਮ ਦੇ ਦੁਸ਼ਮਣ ਹਾਂ। ਇਸ ਦਾ ਮਤਲਬ ਇਹ ਸੀ ਵੀ ਸਾਡਾ ਵੀ ਕੋਈ ਅਲੱਗ ਦੇਸ਼ ਹੁੰਦਾ ਜਿਹਦਾ ਨਾਮ ਖਾਲਿਸਤਾਨ ਹੁੰਦਾ। ਇਹ ਫੁਰਨਾ ਕੋਈ ਮਾੜਾ ਨਹੀਂ ਹੈ, ਇਹ ਸੋਚ ਕੋਈ ਮਾੜੀ ਨਹੀਂ ਹੈ। ਔਰ ਦੇਸ਼ ਅਲੱਗ ਬਣਾਉਣ ਵਾਸਤੇ ਆਪਣਾ ਹੱਕ ਵੀ ਜ਼ਰੂਰੀ ਹੈ, ਜਿਸ ਦੀ ਮੰਗ ਆਪਾਂ ਹਮੇਸ਼ਾ ਕਰਦੇ ਆਏ। ਔਰ ਆਪਣਾ ਹੱਕ ਮੰਗਣਾ ਕੋਈ ਕਿਸੇ ਧਰਮ ਨਾਲ ਦੁਸ਼ਮਣੀ ਨਹੀਂ ਹੁੰਦੀ, ਜਾਂ ਕਿਸੇ ਹੋਰ ਧਰਮ ਨੂੰ ਨੀਵਾਂ ਦਿਖਾਉਣਾ ਨਹੀਂ ਹੁੰਦਾ। ਆਪਣਾ ਹੱਕ ਆਪਣਾ ਹੀ ਹੁੰਦਾ, ਉਹ ਮੰਗਣਾ ਕੋਈ ਪਾਪ ਨਹੀਂ ਹੈ। ਭਾਵੇਂ ਕਿ ਕੁਝ ਸ਼ਰਾਰਤੀ ਅਨਸਰ ਜਿਹੜੇ ਸਿੱਖ ਆਪਣਾ ਹੱਕ ਮੰਗਦੇ ਨੇ, ਉਹਨਾਂ ਨੂੰ ਅੱਤਵਾਦੀ ਕਹਿੰਦੇ ਨੇ, ਉਹਨਾਂ ਦਾ ਨਾਮ ਹੀ ਗਲਤ ਪਰਿਭਾਸ਼ਾ 'ਚ ਲੈਂਦੇ ਨੇ। ਪਰ ਪਿਆਰੋ, ਐਸਾ ਕੋਈ ਨਹੀਂ ਹੈ। ਇਹ ਜਾਣ ਬੁੱਝ ਕੇ ਬਦਨਾਮ ਕਰਨਾ ਜਾਂ ਜਾਣ ਬੁੱਝ ਕੇ ਧਰਮਾਂ ਵਿੱਚ ਪਾੜ ਪਾਉਣ ਵਾਲੇ ਸ਼ਰਾਰਤੀ ਅਨਸਰ ਹੀ ਐਸਾ ਕਰਦੇ ਨੇ ਹਮੇਸ਼ਾ। ਸਾਡੇ ਆਪਣੇ ਜਥੇਦਾਰ ਕਹਿੰਦੇ ਨੇ ਕਿ ਸਾਨੂੰ ਕੋਈ ਖਾਲਿਸਤਾਨ ਦੇਵੇਗਾ ਅਤੇ ਆਪਾਂ
ਲੈ ਲਵਾਂਗੇ। ਉਹ ਪਿਆਰਿਓ, ਉਹ ਕੋਈ ਫਰੂਟ ਨਹੀਂ ਹੈ, ਕੋਈ ਸਬਜ਼ੀ ਨਹੀਂ ਹੈ ਕਿ ਸਾਨੂੰ ਬਾਹਰੋਂ ਆ ਕੇ ਕੋਈ ਦੇ ਕੇ ਜਾਵੇਗਾ। ਇਹ ਸਾਡਾ ਹੱਕ ਹੈ, ਆਪਾਂ ਮੰਗਦੇ ਹਾਂ। ਔਰ ਸਾਰੇ ਸਿੱਖ ਅੱਤਵਾਦੀ ਇਹ ਨਹੀਂ ਹੈ। ਸੰਤਾਂ ਨੇ ਸਾਨੂੰ ਹੱਕ ਲੈਣ ਦੀ ਜਾਂਚ ਸਿਖਾਈ, ਸਰਕਾਰਾਂ ਅੱਗੇ ਅੜ ਗਏ। ਖਾਲਿਸਤਾਨ ਦਾ ਮਤਲਬ ਸੀ ਇੱਕ ਆਪਣਾ ਮੁਲਕ ਜਿਸ ਵਿੱਚ ਸਿੱਖਾਂ ਦੀ ਸਰਕਾਰ ਹੋਵੇ, ਕੋਈ ਬੇਅਦਬੀ ਨਾ ਹੋ ਸਕੇ ਸਾਡੇ ਗੁਰੂ ਸਾਹਿਬ ਦੀ, ਜਿਵੇਂ ਹੁਣ ਬੇਅਦਬੀਆਂ ਹੋ ਰਹੀਆਂ ਨੇ ਚਾਰੇ ਪਾਸੇ। ਸਾਡੀਆਂ ਧੀਆਂ ਭੈਣਾਂ ਮਹਿਫੂਜ਼ ਰਹਿਣ। ਅੰਮ੍ਰਿਤਸਰ ਨੂੰ ਆਪਾਂ ਪਵਿੱਤਰ ਸ਼ਹਿਰ ਦਾ ਸੱਚਮੁੱਚ ਹੀ ਨਾਮ ਦਰਜਾ ਦੇ ਸਕੀਏ, ਤਾਂ ਜੋ ਉੱਥੇ ਕੋਈ ਨਸ਼ੇ ਵਗੈਰਾ ਦਾ ਨਾਮੋ ਨਿਸ਼ਾਨ ਨਾ ਹੋ ਸਕੇ, ਔਰ ਆਪਾਂ ਆਪਣੀ ਗੁਰਬਾਣੀ ਦੀ ਪੰਕਤੀ ਨੂੰ ਸੱਚ ਕਰਕੇ ਵਿਖਾ ਸਕੀਏ ਬਾਹਰੋਂ ਵੀ, ਅੰਮ੍ਰਿਤਸਰ ਸਿਫਤੀ ਦਾ ਘਰ। ਜਦੋਂ ਸਾਡੇ ਕੋਲ ਆਪਣਾ ਮੁਲਕ ਹੋਵੇਗਾ, ਆਪਣੀ ਸਰਕਾਰ ਹੋਵੇਗੀ, ਤਾਂ ਸਾਡੇ ਬਾਹਰ ਬੈਠੇ ਜਿਹੜੇ ਸਿੱਖ ਵੀਰ ਨੇ ਉਹ ਗਰੀਬਾਂ ਦੀ ਰੱਜ ਕੇ ਮਦਦ ਕਰ ਸਕਣਗੇ। ਆਪਣੀ ਸਾਡੀਆਂ ਇੰਡਸਟਰੀਆਂ ਹੋਣਗੀਆਂ, ਇਨਵੈਸਟਮੈਂਟ ਹੋਵੇਗੀ। ਇਹ ਖਾਲਿਸਤਾਨ ਇੰਡੀਆ ਤੋਂ ਕਿਤੇ ਵੱਧ ਕੇ ਸਾਹਮਣੇ ਆਵੇਗਾ। ਇਹ ਇਸ ਮੁਲਕ ਖਾਲਿਸਤਾਨ ਦੀ ਡੈਫੀਨੇਸ਼ਨ ਹੈ ਮੇਰੇ ਮੁਤਾਬਿਕ। ਸਾਡਾ ਤਾਂ ਸਾਰਾ ਇਤਿਹਾਸ ਹੀ ਯੋਧਿਆਂ ਦਾ ਹੈ। ਸਾਡੀ ਕੌਮ ਕਦੇ ਵੀ ਪਿੱਛੇ ਨਹੀਂ ਹਟੀ। ਜਿੱਥੇ ਕਿਸੇ ਭੁੱਖੇ ਨੂੰ ਲੋੜ ਪਈ ਹੈ, ਉੱਥੇ ਸਾਡੇ ਸਿੱਖ ਜਾ ਕੇ ਵੱਡੇ ਵੱਡੇ ਲੰਗਰ ਲਾਉਂਦੇ ਨੇ। ਜਿੱਥੇ ਕੁਰਬਾਨੀ ਦੀ ਲੋੜ ਪਈ ਹੈ, ਸਾਡੇ ਸਿੱਖਾਂ ਨੇ ਵੱਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ। ਭਾਵ ਕਿ ਜਿੱਥੇ ਵੀ ਕਿਸੇ ਚੀਜ਼ ਦੀ ਲੋੜ ਪੈਂਦੀ ਹੈ, ਭਾਵੇਂ ਅੱਗੇ ਨਾ ਧਰਮ ਦੇਖਿਆ ਜਾਂਦਾ ਹੈ, ਨਾ ਅੱਗੇ ਜਾਤ ਦੇਖੀ ਜਾਂਦੀ ਹੈ, ਔਰ ਨਾ ਅੱਗੇ ਦੇਸ਼ ਦੇਖਿਆ ਜਾਂਦਾ ਹੈ, ਸਾਡੇ ਸਿੱਖ ਹਮੇਸ਼ਾ ਸਰਬੱਤ ਦੇ ਭਲੇ ਲਈ ਕੰਮ ਕਰਦੇ ਆਏ ਨੇ। ਪਰ ਸਾਡੇ ਨਾਲ ਹਮੇਸ਼ਾ ਧੱਕਾ ਵੀ ਹੁੰਦਾ ਆਇਆ ਹੈ ਸਰਕਾਰਾਂ ਵੱਲੋਂ, ਔਰ ਨਾਮ ਵੀ ਸਾਡੇ ਸਿੱਖਾਂ ਨੂੰ ਗਲਤ ਦਿੱਤਾ ਜਾਂਦਾ ਹੈ। ਸਿੱਖਾਂ ਕੋਲੋਂ ਹੈਲਪ ਲਈ ਜਾਂਦੀ ਹੈ, ਸਿੱਖਾਂ ਕੋਲੋਂ ਮਦਦਾਂ ਲਈਆਂ ਜਾਂਦੀਆਂ ਨੇ, ਪਰ ਸਿੱਖਾਂ ਨੂੰ ਹਮੇਸ਼ਾ ਨਾਮ ਗਲਤ ਦਿੰਦੇ ਨੇ, ਅੱਤਵਾਦੀ ਕਹਿੰਦੇ ਨੇ। ਖਾਲਿਸਤਾਨੀ ਅੱਤਵਾਦੀ ਨੇ, ਖਾਲਿਸਤਾਨੀ ਅੱਤਵਾਦੀ ਨੇ। ਪਰ ਐਸਾ ਨਹੀਂ ਪਿਆਰਿਓ। ਖਾਲਿਸਤਾਨ ਦੀ ਡੈਫੀਨੇਸ਼ਨ ਕੁਛ ਹੋਰ ਹੈ। ਸਰਬੱਤ ਦੇ ਭਲੇ ਲਈ ਕੰਮ ਕਰਨਾ, ਸਭ ਲਈ ਨਿਮਰ ਭਾਵ ਰੱਖਣਾ, ਉਸ ਨੂੰ ਖਾਲਸਾ ਕਹਿੰਦੇ ਨੇ, ਖਾਲਿਸਤਾਨ ਕਹਿੰਦੇ ਨੇ। ਉਹ ਤਾਂ ਵੱਖਰੀ ਗੱਲ ਹੈ, ਸਾਡਾ ਦੇਸ਼ ਵੱਖਰਾ ਹੋਵੇ, ਸਾਡੇ ਵੀ ਆਪਣੀ ਸਰਕਾਰ ਹੋਵੇ, ਇਹ ਹੱਕ ਮੰਗਣਾ ਕੋਈ ਪਾਪ ਨਹੀਂ ਹੈ। ਔਰ ਜੇ ਸਾਡੇ ਸਿੱਖ ਮੰਗਦੇ ਨੇ ਹੱਕ, ਤਾਂ ਕੋਈ ਮਾੜੀ ਗੱਲ ਨਹੀਂ ਹੈ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਹਿੰਦੂ ਧਰਮ ਨਾਲ ਟੱਕਰ ਲੈ ਰਹੇ ਹਾਂ, ਜਾਂ ਮੁਸਲਿਮ ਧਰਮ ਨਾਲ ਟੱਕਰ ਲੈ ਰਹੇ ਹਾਂ। ਇਸ ਲਈ ਕਿਸੇ ਜਾਤੀ ਜਾਂ ਧਰਮ ਨੂੰ ਬੁਰਾ ਕਹਿਣਾ ਨਹੀਂ ਹੈ ਇੱਥੇ। ਪਰ ਸਾਡੇ ਸਿੱਖ ਇਸ ਕਰਕੇ ਇਸ ਦੇਸ਼ ਨੂੰ ਆਪਣਾ ਦੇਸ਼ ਕਹਿਣ ਤੋਂ ਹਟ ਗਏ ਨੇ। ਜੇ ਸਾਡਾ ਦੇਸ਼ ਹੁੰਦਾ ਤਾਂ ਸਾਡੇ ਧਾਰਮਿਕ ਸਥਾਨਾਂ 'ਤੇ ਕਦੀ ਹਮਲਾ ਨਾ ਹੁੰਦਾ। ਜੇ ਸਾਡਾ ਦੇਸ਼ ਹੁੰਦਾ ਤੇ ਇੰਡੀਅਨ ਆਰਮੀ ਕਦੇ ਵੀ ਇਹ ਕੁਝ ਜਿਹੀਆਂ ਹਰਕਤਾਂ ਨਾ ਕਰਦੀ ਜੋ ਪਿੱਛੇ ਹੋਇਆ ਹੈ। ਜੇ ਸਾਡਾ ਦੇਸ਼ ਹੁੰਦਾ, ਸਾਡੇ ਤੋਂ ਪਾਣੀ ਨਾ ਖੋਂਦੇ। ਜੇ ਇਹ ਸਾਡਾ ਦੇਸ਼ ਹੁੰਦਾ ਤਾਂ ਇਸ ਕਾਨੂੰਨ 'ਚ ਸਾਡਾ ਇੱਕ ਨਾਮ ਤਾਂ ਹੁੰਦਾ। ਸਾਨੂੰ ਲਿਖਿਆ ਕੇਸਧਾਰੀ ਹਿੰਦੂ। ਸਾਡਾ ਕੋਈ ਜ਼ਿਕਰ ਤੱਕ ਨਹੀਂ ਹੈ ਵੀ ਸਾਡੀ ਵੀ ਕੋਈ ਕੌਮ ਹੈ। ਆਪਾਂ ਜਿੰਨਾ ਮਰਜ਼ੀ ਰੌਲਾ ਪਾ ਲਈਏ, ਇਹ ਹਿੰਦੁਸਤਾਨ ਦੇ ਕਾਨੂੰਨ 'ਚ ਸਾਡਾ ਕੋਈ ਨਾਮੋ ਨਿਸ਼ਾਨ ਨਹੀਂ ਆ। ਘੱਟੋ ਘੱਟ ਸਾਨੂੰ ਸਿੱਖ ਤਾਂ ਕਹੋ, ਸਾਨੂੰ ਅੱਤਵਾਦੀ ਕਿਉਂ ਕਹਿੰਦੇ ਹੋ? ਕਿਉਂ ਕਹਿੰਦੇ ਹੋ ਅੱਤਵਾਦੀ? ਇਹ ਹਰੇਕ ਸਿੱਖ ਦੀ ਰੂਹ ਦੀ ਪੁਕਾਰ ਹੈ। ਜਿਸ ਕੌਮ ਨੇ ਮੁਗਲਾਂ ਨੂੰ ਭਜਾਇਆ, ਜ਼ੁਲਮੀ ਮੁਗਲਾਂ ਨੂੰ, ਅਬਦਾਲੀ ਨੂੰ ਭਜਾਇਆ, ਜ਼ੁਲਮੀ ਗੋਰਿਆਂ ਨੂੰ ਭਜਾਇਆ, ਅੱਜ ਲੋਕਤੰਤਰ ਨੇ ਉਸ ਕੌਮ ਦੇ ਪੈਰਾਂ 'ਚ ਬੇੜੀਆਂ ਪਾ ਦਿੱਤੀਆਂ। ਘਰੋਂ ਬੇਘਰ ਹੋਈ ਕੌਮ
ਨੂੰ ਬੇਗਾਨੇ ਘਰੋਂ ਧੱਕੇ ਹੀ ਵੱਜਦੇ ਆ। ਸਾਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਖਾਲਿਸਤਾਨੀ ਹਾਂ। ਸੋ ਇਹ ਜਿਸ ਤਰ੍ਹਾਂ ਮੈਂ ਖਾਲਿਸਤਾਨ ਨੂੰ ਦੇਖਦਾ, ਸਭ ਤੋਂ ਪਹਿਲਾਂ ਸਾਡੇ ਆਗੂ ਹੀ ਨਹੀਂ ਸਹੀ, ਸਾਨੂੰ ਆਪ ਹੀ ਭੰਡਦੇ ਰਹਿੰਦੇ ਨੇ ਸਾਡੇ ਆਗੂ। ਇਸੇ ਕਰਕੇ ਸਾਡੀ ਕੌਮ ਹਮੇਸ਼ਾ ਤੜਫਦੀ ਆਈ ਹੈ। ਤਾਂ ਹੀ ਤਾਂ ਕੋਈ ਤੁਰਦਾ ਨਹੀਂ, ਕਿਉਂਕਿ ਤੁਰਿਆ ਹਮੇਸ਼ਾ ਉਹਨਾਂ ਪਿੱਛੇ ਜਾਂਦਾ ਜਿਹੜੇ ਸੱਚਮੁੱਚ ਆਪ ਲੋਹੇ ਦੇ ਜੀਵਨ ਵਾਲੇ ਹੋਣ, ਜਿਨ੍ਹਾਂ ਦੇ ਆਪਣੇ ਜੀਵਨ ਨਹੀਂ, ਉਹਨਾਂ ਪਿੱਛੇ ਕੀ ਤੁਰਨਾ। ਇਸੇ ਕਰਕੇ ਸਾਡੀ ਕੌਮ ਹਮੇਸ਼ਾ ਤੜਫਦੀ ਆਈ ਹੈ, ਕਿਉਂਕਿ ਇਹਨਾਂ ਦੇ ਰਾਹ ਵੱਖਰੇ, ਰੰਗ ਢੰਗ ਵੱਖਰੇ, ਸਾਰਾ ਕੁਝ ਵੱਖਰਾ ਹੋ ਗਿਆ। ਚਲੋ ਮੈਂ ਗੱਲ ਕਰਦਾ ਸੀ ਕਿ ਆਪਣੇ ਹੱਕ ਮੰਗਣਾ ਕੋਈ ਪਾਪ ਨਹੀਂ ਹੈ, ਪਰ ਜਿਹੜੇ ਮੰਗਦੇ ਨੇ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ। ਕਿੰਨੀਆਂ ਬੇਇਨਸਾਫੀਆਂ ਹੁੰਦੀਆਂ ਨੇ ਸਾਡੇ ਨਾਲ। ਜਿਹੜੇ ਸਿੰਘਾਂ ਨੇ ਆਪਣੀ ਆਪਣੀ ਕੈਦ ਭੁਗਤ ਲਈ ਹੈ, ਖਤਮ ਹੋ ਗਈ ਕੈਦ ਉਹਨਾਂ ਦੀ, ਅਜੇ ਤੱਕ ਨਹੀਂ ਉਹਨਾਂ ਨੂੰ ਛੱਡਿਆ। ਇਸੇ ਕਰਕੇ ਇਹੋ ਜਿਹੀਆਂ ਗੱਲਾਂ ਕਰਕੇ ਹਰੇਕ ਸਿੱਖ ਦਾ ਖੂਨ ਖੌਲਦਾ ਰਹਿੰਦਾ ਹੈ। ਬਾਕੀ ਭਾਈ ਤੁਸੀਂ ਖਾਲਿਸਤਾਨ ਜਾਂ ਖਾਲਸੇ ਦੀ ਡੈਫੀਨੇਸ਼ਨ ਨੂੰ ਚੰਗੀ ਤਰ੍ਹਾਂ ਵਾਚਿਆ ਕਰੋ ਭਾਈ। ਬਾਕੀ ਧਰਮਾਂ ਵਾਲੇ ਸਿੱਧਾ ਅੱਤਵਾਦੀ ਨਾ ਕਹਿਣਾ ਸ਼ੁਰੂ ਕਰ ਦਿਆ ਕਰੋ। ਜੇ ਸਾਡੇ ਕੋਲ ਮਦਦਾਂ ਲੈਂਦੇ ਹੋ, ਜਿੱਥੇ ਕਿਸੇ ਨੂੰ ਭੁੱਖੇ ਨੂੰ ਲੋੜ ਪੈਂਦੀ ਹੈ, ਕੁਰਬਾਨੀ ਦੀ ਲੋੜ ਪੈਂਦੀ ਹੈ, ਜਦ ਤੁਹਾਡਾ ਸਾਥ ਸਾਡੇ ਸਿੱਖ ਵੀਰ, ਸਾਡੀ ਸਿੱਖ ਕੌਮ ਹਮੇਸ਼ਾ ਦਿੰਦੀ ਹੈ, ਫਿਰ ਤੁਸੀਂ ਸਾਨੂੰ ਅੱਤਵਾਦੀ ਕਿਉਂ ਕਹਿੰਦੇ ਹੋ? ਜੇ ਸਿੱਖ ਆਪਣਾ ਹੱਕ ਮੰਗਦੇ ਨੇ, ਉਹਨਾਂ ਨੂੰ ਦੇ ਦਿਓ ਉਹਨਾਂ ਨੂੰ ਵੱਖਰਾ ਦੇਸ਼। ਜੇ ਵੱਖਰਾ ਦੇਸ਼ ਨਹੀਂ ਦੇਣਾ ਤਾਂ ਘੱਟੋ ਘੱਟ ਉਹਨਾਂ ਨੂੰ ਆਪਣੇ ਬਰਾਬਰ ਦਾ ਦਰਜਾ ਤਾਂ ਦਿਓ। ਕਿਉਂ ਨੀਚ ਭਾਵਨਾ ਰੱਖਦੇ ਹੋ ਉਹਨਾਂ ਪ੍ਰਤੀ? ਹਾਂ, ਕੁਝ ਸ਼ਰਾਰਤੀ ਅਨਸਰਾਂ ਕਰਕੇ ਜੋ ਕਿ ਦੂਜੀਆਂ ਕੌਮਾਂ ਨੂੰ ਬੁਰਾ ਕਹਿੰਦੇ ਨੇ, ਗਾਲਾਂ ਕੱਢਦੇ ਨੇ, ਕੁਝ ਬਾਹਰ ਵੀ ਇਹੋ ਜਿਹੇ ਹੈਗੇ ਲੋਕ ਬੈਠੇ, ਕੁਝ ਸਾਡੇ ਵੀ ਇੱਧਰ ਨੇ ਜਿਹੜੇ ਹਮੇਸ਼ਾ ਕਹਿੰਦੇ ਨੇ ਕੌਮਾਂ 'ਚ ਪਾੜਾਂ ਪਈਆਂ ਰਹਿਣ। ਉਹਨਾਂ ਦੀਆਂ ਗੱਲਾਂ ਨਾ ਸੁਣੋ। ਹਰੇਕ ਚੀਜ਼ ਦੀ ਚੰਗੀ ਤਰ੍ਹਾਂ ਜਾਂਚਨਾ ਕਰਿਆ ਕਰੋ ਪਹਿਲੇ, ਇਸ ਦਾ ਮਤਲਬ ਕੀ ਹੈ। ਤੁਸੀਂ ਸਿੱਧਾ ਥੱਬਾ ਹੀ ਲਾ ਦਿੰਦੇ ਹੋ, ਇਹ ਸਾਰੀ ਕੌਮ ਅੱਤਵਾਦੀ ਹੈ, ਖਾਲਿਸਤਾਨੀ ਅੱਤਵਾਦੀ ਨੇ। ਪਰ ਐਸਾ ਨਹੀਂ ਹੈ ਪਿਆਰਿਓ। ਇਹ ਖਾਲਸਾ ਗੁਰੂ ਸਾਹਿਬ ਨੇ ਉਹ ਬਣਾਇਆ ਜਿਹੜਾ ਸਰਬੱਤ ਦੇ ਭਲੇ ਵਾਸਤੇ ਤੁਰਦਾ ਹੈ, ਔਰ ਹਮੇਸ਼ਾ ਤੁਰਿਆ ਵੀ ਹੈ, ਅੱਜ ਵੀ ਤੁਰਦਾ ਹੈ। ਕੱਲ੍ਹ ਦੇਖੋ ਪਟਿਆਲੇ ਵਿੱਚ ਕੀ ਹੋਇਆ। ਸ਼ਿਵ ਸੈਨਾ ਵਾਲਿਆਂ ਨੇ ਜੋ ਕੁਝ ਦਿਨਾਂ ਤੋਂ ਐਲਾਨ ਕੀਤੇ ਹੋਏ ਸਨ ਵੀ ਮੁਰਦਾਬਾਦ ਦੇ ਨਾਅਰੇ ਲਾਉਣੇ ਨੇ, ਕੱਲ੍ਹ ਦੇਖੋ ਕਿੰਨਾ ਵੱਡਾ ਉੱਥੇ ਝਗੜਾ ਹੋਇਆ। ਕਿੰਨੇ ਸਿੱਖ ਨੌਜਵਾਨ ਸਨ, ਉੱਧਰ ਦੇ ਵੀ ਬਹੁਤ ਸਨ, ਕਿੰਨਾ ਰੌਲਾ ਪੈ ਰਿਹਾ ਸੀ। ਹੁੰਦਾ ਕੁਛ ਨਹੀਂ ਹੈ, ਬਸ ਕੌਮਾਂ ਦੇ ਨੌਜਵਾਨ ਚਲੇ ਜਾਂਦੇ ਨੇ ਜਦੋਂ ਲੜਾਈ ਝਗੜੇ ਹੋ ਜਾਣ। ਇਸ ਲਈ ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ। ਮਿਲ ਜੁਲ ਕੇ ਰਹੋ ਭਾਈ, ਸਾਰੇ ਧਰਮਾਂ ਵਾਲੇ। ਸਾਰੇ ਧਰਮਾਂ ਨੂੰ ਬਰਾਬਰ ਦਾ ਹਿੱਸਾ ਦਿਓ, ਉਹਨਾਂ ਦੇ ਹੱਕ ਦਿਓ, ਉਹਨਾਂ ਨੂੰ ਬਣਦਾ ਸਨਮਾਨ ਦਿਓ। ਇਹੋ ਸਾਡੀ ਬੇਨਤੀ ਹੈ। ਤੇ ਸਾਰੇ ਸਿੱਖ ਅੱਤਵਾਦੀ ਨਹੀਂ ਹਨ, ਸਾਰੇ ਮੁਸਲਮਾਨ ਅੱਤਵਾਦੀ ਨਹੀਂ ਹਨ, ਸਾਰੇ ਹਿੰਦੂ ਸ਼ਰਾਰਤੀ ਨਹੀਂ ਹਨ। ਕੌਮਾਂ ਵਿੱਚ ਹੁੰਦੇ ਨੇ ਗਲਤ ਇਨਸਾਨ, ਪਰ ਇੱਕ ਅੱਧੇ ਕਰਕੇ ਤੁਸੀਂ ਸਾਰੀ ਕੌਮ ਨੂੰ ਅੱਤਵਾਦੀ ਕਹਿਣਾ, ਇਹ ਬੜੀ ਮਾੜੀ ਗੱਲ ਹੈ, ਬਹੁਤ ਹੀ ਮਾੜੀ ਗੱਲ ਹੈ। ਔਰ ਸਿੱਖਾਂ ਦੇ ਨੌਜਵਾਨਾਂ ਨੂੰ ਵੀ ਬੇਨਤੀ ਹੈ ਕਿ ਜੇ ਤੁਸੀਂ ਆਪਣੇ ਆਪ ਨੂੰ ਖਾਲਿਸਤਾਨੀ ਕਹਾਉਣਾ ਹੈ,
ਕਿ ਆਪਾਂ ਖਾਲਸੇ ਹਾਂ, ਫਿਰ ਹਮੇਸ਼ਾ ਬਾਣੀ ਬਾਣੇ ਨਾਲ ਜੁੜੋ। ਕੱਲੀਆਂ ਫੋਟੋਆਂ ਲਾ ਕੇ, ਜਕਾਰੇ ਲਾ ਕੇ ਕੁਛ ਨਹੀਂ ਹੁੰਦਾ। ਰੌਲੇ ਰੱਪੇ ਪਾ ਕੇ, ਕਿਰਪਾਨਾਂ ਚੁੱਕ ਕੇ ਆਪਣੇ ਧਰਮ 'ਤੇ ਪਹਿਰਾ ਦਿਓ। ਸਾਰੇ ਧਰਮਾਂ ਦਾ ਸਨਮਾਨ ਕਰੋ ਔਰ ਆਪਣੇ ਹੱਕ ਉਹਨਾਂ ਚਿਰ ਮੰਗਦੇ ਰਹੋ ਸ਼ਾਂਤੀਪੂਰਵਕ, ਜਿੰਨਾ ਚਿਰ ਸਾਨੂੰ ਬਰਾਬਰ ਦਾ ਹਿੱਸਾ ਨਹੀਂ ਮਿਲ ਜਾਂਦਾ। ਪਰ ਲੜਾਈ ਝਗੜੇ ਤੋਂ ਹਮੇਸ਼ਾ ਦੂਰ ਰਹੋ। ਸਾਰੇ ਧਰਮਾਂ ਦਾ ਸਤਿਕਾਰ ਕਰੋ। ਸਾਰੇ ਧਾਰਮਿਕ ਅਸਥਾਨਾਂ ਦਾ ਸਤਿਕਾਰ ਕਰੋ, ਉਹ ਭਾਵੇਂ ਕਿਸੇ ਦੇ ਵੀ ਹੋਣ। ਕਿਸੇ ਦੇਵੀ ਦੇਵਤੇ ਦੀ ਨਰਾਦਰੀ ਨਾ ਕਰੋ, ਕਿਸੇ ਗੁਰੂਆਂ ਪੀਰਾਂ ਦੀ ਨਰਾਦਰੀ ਨਾ ਕਰੋ। ਇਹੀ ਅਸਲੀ ਖਾਲਸੇ ਦੀ ਨਿਸ਼ਾਨੀ ਹੈ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।